ਕੜਾ ਪ੍ਰਸ਼ਾਦੀ ਦੇ ਕਰਵਾਉਂਦੇ ਆ, ਨਮਸਕਾਰ ਕਰਦੇ ਆ। ਕਿਵੇਂ ਮਹਾਰਾਜ ਜੀ ਅਰਦਾਸ ਸੋਧ ਕੇ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾਉਂਦੇ ਆ। ਇਸ ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਮੁਖ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੱਖ ਸਥਾਨ ਸ਼ਬ ਪਿਤਾ ਪਿਤਾਮਾ। ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਸਭ ਤੋਂ ਪਹਿਲਾਂ ਸਾਰਾ ਸਮਾਨ ਜਿਹੜੀਆਂ ਵਸਤਾਂ ਨਾਲ ਖੜਨੀਆਂ ਸਨ ਤਿਆਰ ਕਰਵਾਈਆਂ। ਪੂਰੀ ਤਿਆਰੀ ਵਿੱਚ ਮਹਾਰਾਜ ਜੀ ਸ਼ਸਤਰ ਬਸਤਰ ਸਜਾ ਕੇ ਆਏ ਨੇ ਤੇ ਸਤਿਗੁਰੂ ਮਹਾਰਾਜ ਜੀ ਦਿੱਲੀ ਵਿਖੇ ਤੁਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੇ ਆ, ਨਮਸਕਾਰ ਕਰਦੇ ਆ ਤੇ ਇਸੇ ਤਰ੍ਹਾਂ ਇਹ ਵੇਖਦੇ ਆ ਵੀ ਸਾਡੇ ਪਿਤਾ ਪਿਤਾਮਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਵੀ ਇੱਥੇ ਬਹੁਤ ਵੱਡੀ ਕਾਰ ਸੇਵਾ ਕਰਵਾਉਂਦੇ ਰਹੇ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਮਰਦਾਸ ਸਾਹਿਬ ਜਿਵੇਂ ਮਹਾਨ ਸੇਵਾਵਾਂ ਨਿਭਾਉਂਦੇ ਆ, ਉਹਨਾਂ ਦੇ ਇਸ ਪਾਵਨ ਪਵਿੱਤਰ ਸਥਾਨ ਨੂੰ ਦਿੱਲੀ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਮਸਕਾਰ ਕਰਦੇ ਹਨ। ਦਈ ਪਰ ਦਰਸ਼ਨ ਕੀਨ ਪ੍ਰਣਾਮ। ਉਹਨਾਂ ਨੇ ਪ੍ਰਣਾਮ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਫਿਰ ਉਹਨਾਂ ਨੇ ਪ੍ਰਦਖਣਾ ਕੀਤੀ ਹੈ। ਕਰਕੇ ਅਰਦਾਸ ਪ੍ਰਸ਼ਾਦ ਵਰਤਾਇਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਰਦਾਸਾਂ ਸੋਧਦੇ ਆ, ਜੋ ਅੱਜ ਦੀ ਵੀ ਸਾਡੀ ਇਹ ਮਰਿਆਦਾ ਹੈ ਔਰ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ, ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ। ਕੋਈ ਵੀ ਕੰਮ ਕਾਜ ਕਰਨ ਤੋਂ ਪਹਿਲਾਂ ਗੁਰੂ ਕਾ ਸਿੱਖ ਸੁੱਖ ਹੋਵੇ ਜਾਂ ਦੁੱਖ ਹੋਵੇ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਗੁਰੂ ਸਾਹਿਬ ਜੀ ਨੇ ਆਪ ਇਹ ਸਾਨੂੰ ਪੂਰਨੇ ਪਾ ਕੇ ਦਿੱਤੇ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਅਰਦਾਸ ਸੱਚੇ ਪਾਤਸ਼ਾਹ ਦੀ ਕਰਦੇ ਨੇ ਤੇ ਫਿਰ ਮਹਾਰਾਜ ਜੀ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਸਗਰੀ ਸੰਗਤ ਸਾਦਰ ਪਾਇਓ। ਫਿਰ ਉਹਨਾਂ ਨੇ ਕੜਾਹਾ ਪ੍ਰਸ਼ਾਦ ਦੀ ਦੇਗ ਜਿਹੜੀ ਬਣੀ ਆ, ਉਸ ਦੇਗ ਨੂੰ ਵਰਤਾਇਆ ਹੈ ਤੇ ਸਾਰੀ ਜਿਹੜੀ ਸੰਗਤ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਦਰ ਵਾਸਤੇ ਉਸ ਸਥਾਨ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਘਰ ਵਿੱਚ ਗਈ ਹੈ। ਪੁਨ ਸਤਿਗੁਰ ਨਿਜ ਮਾਤਾ ਪਾਸ। ਤੇ ਸਤਿਗੁਰੂ ਮਹਾਰਾਜ ਜੀ ਫਿਰ ਮਾਤਾ ਗੰਗਾ ਜੀ ਦੇ ਪਾਸ ਉਹਨਾਂ ਕੋਲ ਜਾਂਦੇ ਆ ਤੇ ਜਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਤਾ ਜੀ ਨੂੰ ਕਿਵੇਂ ਬਚਨ ਕਰਦੇ ਹਨ। ਆਏ ਨਮੋ ਕਰ ਦੇ ਤੁਹਲਾਸ। ਤੁਰਨ ਤੋਂ ਪਹਿਲਾਂ ਫਿਰ ਮਾਤਾ ਜੀ ਦੇ ਪਾਸ ਗਏ, ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ ਤੇ ਤੁਰਨ ਵਾਲਾ ਹੁਲਾਸ ਜਿਹੜਾ ਹੈ ਮਾਤਾ ਜੀ ਦੇ ਕੋਲ ਜਾ ਕੇ ਦਿਖਾਉਂਦੇ ਹਨ। ਗਮਨ ਸਮੈ ਲਖ ਦ੍ਰਿਗ ਜਲ ਰੋਕਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾਉਣ ਲੱਗੇ ਆ। ਕਵੀ ਸਾਹਿਬ ਜੀ ਲਿਖਦੇ ਆ, ਉਸ ਵੇਲੇ ਮਾਤਾ ਜੀ ਨੂੰ ਪਤਾ ਚੱਲਿਆ ਵੀ ਤੁਰਨ ਲੱਗੇ ਆ ਤੇ ਉਹਨਾਂ ਦੇ ਵੈਰਾਗ ਜਿਹੜਾ ਵਾ ਫਿਰ ਮਨ ਵਿੱਚ ਆਉਂਦਾ। ਅੱਖਾਂ ਦੇ ਵਿੱਚ ਉਹਨਾਂ ਨੇ ਪਾਣੀ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਬਾਰ ਬਾਰ ਸੁਤ ਬਦਨ ਬਿਲੋਕਾ। ਬਾਰ ਬਾਰ ਮਾਤਾ ਗੰਗਾ ਜੀ ਨੇ ਆਪਣੇ ਸਪੁੱਤਰ
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮੱਥਾ ਚੁੰਮਿਆ, ਕਿਉਂਕਿ ਉਹ ਸਾਰਾ ਦ੍ਰਿਸ਼ ਅੱਖਾਂ ਦੇ ਸਾਹਮਣੇ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਕਦੇ ਲਾਹੌਰ ਵਿਖੇ ਬੁਲਾਇਆ ਸੀ ਬਾਦਸ਼ਾਹ, ਤੇ ਇਸੇ ਚੰਦੂ ਨੇ ਕੀ ਭਾਣਾ ਵਾਪਰਿਆ। ਅੱਜ ਉਹਨਾਂ ਦੇ ਸਪੁੱਤਰ ਨੂੰ ਵੀ ਬੁਲਾਇਆ। ਮਾਤਾ ਜੀ ਦੇਖਦੇ ਨੇ ਆਪਣੇ ਸਪੁੱਤਰ ਵੱਲ, ਤੇ ਬਾਰ-ਬਾਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਮੱਥਾ ਚੁੰਮਦੇ ਹਨ। ਸ੍ਰੀ ਗੁਰੂ ਨਾਨਕ ਆਦਿਕ ਗੌਰ ਪੰਚ। ਮਾਤਾ ਜੀ ਨੇ ਵੀ ਅਰਦਾਸ ਕੀਤੀ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜ ਹੀ ਸਤਿਗੁਰੂ ਮਹਾਰਾਜ ਜੀ ਦਾ ਨਾਮ ਲੈ ਕੇ ਮਾਤਾ ਗੰਗਾ ਜੀ ਅਰਦਾਸ ਕਰਦੇ ਹਨ। ਸਦਾ ਸਹਾਇਕ ਹੋਏ ਸੁਖ ਸੰਚ। ਇਹ ਅਰਦਾਸ ਕੀਤੀ ਹੈ ਮਾਤਾ ਜੀ ਨੇ ਕਿ ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਸੱਚੇ ਪਾਤਸ਼ਾਹ, ਤੁਸੀਂ ਹਰ ਸਮੇਂ ਹੀ ਮੇਰੇ ਸਪੁੱਤਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮਾਤ ਗੰਗਾ ਜੀ ਅਰਦਾਸ ਕਰਦੇ ਆ, ਉਹਨਾਂ ਦੇ ਅੰਗ ਸੰਗ ਰਹਿਣਾ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਤੇ ਉਹਨਾਂ ਨੂੰ ਸੁਖ ਮਿਲਣ, ਆਨੰਦ ਮੰਗਲ ਬਣਿਆ ਰਹੇ। ਵਿਗਨ ਅਨੇਕ ਬਿਦਾਰਨ ਕਰੈ। ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ, ਕਲੇਸ਼ਾਂ ਤੋਂ ਬਚਾ ਕੇ ਰੱਖਣਾ, ਇਹ ਅਰਦਾਸ ਮਾਤਾ ਜੀ ਕਰਦੇ ਹਨ। ਸਖਾ ਮਿਲਾਏ ਰਿਪਨ ਪਰ ਹਰੈ। ਜੋ ਵੀ ਮਿਲਣ, ਸੱਜਣ ਦਾ ਸੰਗ ਮਿਲਾਉਣ, ਤੇ ਜਿਹੜੇ ਵੈਰੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਨਾਸ ਕਰਦੇ ਜਾਣ। ਗੁਰੂ ਨਾਨਕ ਸਾਹਿਬ ਜੀ, ਹੇ ਗੁਰੂ ਅਰਜਨ ਪਾਤਸ਼ਾਹ, ਤੁਸੀਂ ਸਦਾ ਹੀ ਇਹਨਾਂ ਉੱਤੇ ਮਿਹਰ ਰੱਖਣੀ, ਕਿਉਂਕਿ ਮਾਂ ਜੋ ਹੋਈ, ਮਾਂ ਦੇ ਹਿਰਦੇ ਵਿੱਚ ਬਹੁਤ ਵੱਡੀ ਦਇਆ ਹੁੰਦੀ ਆ, ਤੇ ਨਾਲੇ ਪਹਿਲਾਂ ਹੀ ਸਭ ਕੁਝ ਚੇਤਾ ਹੈ ਜੋ ਕੁਝ ਵਾਪਰਿਆ ਹੈ। ਸੋ ਇਸ ਢੰਗ ਦੇ ਨਾਲ ਮਾਤਾ ਜੀ ਅਰਦਾਸ ਕਰਦੇ ਹਨ। ਮਸਤਕ ਝੂਮਤ ਗਰੇ ਲਗਾਏ ਵਾ। ਮਾਤਾ ਜੀ ਫੇਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮਸਤਕ ਚੁੰਮਦੇ ਆ, ਬੜੇ ਪਿਆਰ ਦੇ ਨਾਲ ਮੀਰੀ ਪੀਰੀ ਦੇ ਮਾਲਕ ਨੂੰ ਆਪਣੇ ਗਲੇ ਲਗਾਉਂਦੇ ਹਨ। ਭਾਈ ਬੇਬਸ ਕੁਛ ਕਹਿਓ ਨਾ ਜਾਇਵ। ਹੁਣ ਮਾਤਾ ਜੀ ਬੇਬਸ ਹੋ ਗਏ ਆ, ਤੇ ਕੁਛ ਵੀ ਉਹਨਾਂ ਦੇ ਕੋਲੋਂ ਬੋਲਿਆ ਨਹੀਂ ਜਾਂਦਾ। ਗਲਾ ਭਰ ਆਇਆ, ਮਨ ਵਿੱਚ ਬੜਾ ਵੈਰਾਗ ਪੈਦਾ ਹੁੰਦਾ ਹੈ, ਮੁਖ ਵਿੱਚੋਂ ਕੁਛ ਬੋਲਿਆ ਨਹੀਂ ਜਾਂਦਾ ਹੈ। ਗਾਇਓ ਗਰਾ ਪਰ ਗਦ ਗਦ ਬਾਨੀ। ਉਹਨਾਂ ਦਾ ਜਿਹੜਾ ਗਲਾ ਸੀ ਬਹੁਤ ਭਾਰ ਆਇਆ, ਤੇ ਉਹਨਾਂ ਦੇ ਮਨ ਦੇ ਵਿੱਚ ਵੈਰਾਗਮਈ ਖਿਆਲ ਆ ਰਹੇ ਨੇ, ਬੋਲਣ ਦੀ ਕੋਸ਼ਿਸ਼ ਕਰਦੇ ਨੇ ਪਰ ਬੋਲਿਆ ਨਹੀਂ ਜਾਂਦਾ ਹੈ। ਸੋਤ ਸਨੇਹ ਮਹਿਮਤ ਲਪਟਾਨੇ। ਕਵੀ ਸਾਹਿਬ ਜੀ ਲਿਖਦੇ ਆ, ਪੁੱਤਰ ਦੇ ਪਿਆਰ ਦੇ ਵਿੱਚ ਜਿਹੜੀ ਮੱਤ ਹੈ ਬਹੁਤ ਲਪਟੀ ਹੈ। ਇਹ ਤਾਂ ਉਹ ਮਾਤਾ ਜੀ ਹੀ ਜਾਣਦੇ ਆ ਕਿਸ ਹਾਲਾਤਾਂ ਦੇ ਵਿੱਚੋਂ ਲੰਘੇ ਆ। ਆਮ ਮਨੁੱਖ ਤੇ ਇਸ ਗੱਲ ਉੱਤੇ ਕਿੰਤੂ ਪਰੰਤੂ ਕਰ ਸਕਦਾ ਹੈ, ਪਰ ਜਿਸ ਘਰ ਵਿੱਚ ਇਹ ਭਾਣਾ ਵਾਪਰਿਆ ਵੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਸ ਹਾਲਾਤਾਂ ਦੇ ਵਿੱਚੋਂ ਦੀ ਪਹਿਲਾਂ ਲੰਘੇ ਆ। ਜਿਸ ਪਾਸੇ ਜਾਣਾ ਉਹ ਹਾਲਾਤ ਵੀ ਚੰਗੇ ਨਹੀਂ। ਸੋ ਮਾਤਾ ਜੀ ਇਹ ਸਾਰਾ ਕੁਝ ਵਿਚਾਰ ਕੇ ਪੁੱਤਰ ਦੇ ਸਨੇਹ ਦੇ ਵਿੱਚ ਮੱਤ ਜਿਹੜੀ ਆ ਪ੍ਰਵੇਸ਼ ਕਰਦੀ ਹੈ। ਕਹੈ ਬਹੁ ਬਾਰ ਧੀਰ ਗੁਰ ਦੀਨੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਜੀ ਨੂੰ ਧੀਰਜ ਦਿੰਦੇ ਆ, ਬਾਰ-ਬਾਰ ਕਹਿੰਦੇ ਨੇ ਧੀਰਜ ਰੱਖੋ,
ਧੀਰਜ ਰੱਖੋ, ਰੱਬ ਉਤੇ ਭਰੋਸਾ ਰੱਖੋ। ਅਹੋ ਮਾਤ ਤੁਮ ਸਮਤ ਪਰ ਬੀਨੇ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਬਚਨ ਕਰਦੇ ਨੇ ਕਿ ਮਾਤਾ ਜੀ ਤੁਸੀਂ ਤੇ ਬਹੁਤ ਹੀ ਸਮੱਤ ਵਾਲੇ ਜੇ, ਤੁਹਾਡੀ ਤੇ ਮਾਤੀ ਬੜੀ ਚੰਗੀ ਆ, ਤੁਸੀਂ ਤੇ ਬਹੁਤ ਹੀ ਸਿਆਣੇ ਹੋ। ਆਪਰਨ ਕੋ ਸਮਝਾਵਨ ਬਨੈ। ਮਹਾਰਾਜ ਕਹਿਣ ਲੱਗੇ ਮਾਤਾ ਜੀ ਤੁਸੀਂ ਤੇ ਬਾਕੀਆਂ ਨੂੰ ਸਮਝਾਉਣਾ ਹੈ, ਜਿਹੜੇ ਬਾਕੀ ਹੋਰ ਗੁਰੂ ਕੀ ਸੰਗਤ ਮਾਈ ਭਾਈ ਆ, ਇਹ ਵੈਰਾਗ ਮਨ ਵਿੱਚ ਕਿਉਂ ਪੈਦਾ ਕਰਦੇ ਹੋ? ਕਿਉ ਔਰ ਕਰਤ ਕਸ਼ਟ ਕੈ ਸਨੈ। ਹਿਰਦੇ ਨੂੰ ਦੁੱਖ ਸਹਿਤ ਕਿਉਂ ਕਰਦੇ ਹੋ? ਕਾਦੇ ਵਾਸਤੇ ਇੰਨਾ ਦੁਖੀ ਹੁੰਦੇ ਹੋ? ਆਪਣੇ ਮਨ ਵਿੱਚ ਕਿਉਂ ਬਾਰ-ਬਾਰ ਤੁਸੀਂ ਵੈਰਾਗ ਦੀਆਂ ਹੀ ਗੱਲਾਂ ਕਰਦੇ ਹੋ? ਮਨ ਨੂੰ ਦੁਖੀ ਕਿਉਂ ਕਰਦੇ ਹੋ? ਕੇਤਕ ਦਿਨ ਮੈਂ ਸੁਖ ਸੁ ਆਵੇ। ਕਹਿਣ ਲੱਗੇ ਬਸ ਕੁਛ ਦਿਨਾਂ ਦੀ ਸਾਰੀ ਬਾਤ ਆ, ਕੁਝ ਸਮੇਂ ਦੀ ਸਾਰੀ ਗੱਲ ਆ। ਇਸੇ ਤਰ੍ਹਾਂ ਪਹਿਲਾਂ ਵਾਂਗ ਫਿਰ ਆਨੰਦ ਮੰਗਲ ਇੱਥੇ ਬਣ ਜਾਵੇਗਾ। ਵਸੈ ਨਿਕਟ ਆਨੰਦ ਉਪਜਾਵੇ। ਮਾਤਾ ਜੀ ਅਸੀਂ ਤੁਹਾਡੇ ਪਾਸ ਹੀ ਵਸਾਂਗੇ ਤੇ ਇਸ ਥਾਂ ਤੇ ਬੜਾ ਆਨੰਦ ਪੈਦਾ ਹੋਵੇਗਾ। ਸੋਤ ਜਨਨੀ ਬੋਲੀ ਬੜ ਭਾਗਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਮਾਤ ਗੰਗਾ ਜੀ, ਉਹ ਵੱਡਿਆਂ ਭਾਗਾਂ ਵਾਲੀ ਮਾਤ ਗੰਗਾ ਜੀ ਬੋਲੀ ਹੈ। ਸੁੰਦਰ ਸੂਰਤ ਸੁਤ ਅਨਰਾਗਨ। ਸੋਹਣੀ ਸੂਰਤ ਵਾਲੇ ਪੁੱਤਰ ਦੇ ਹਿੱਤ ਵਾਲੀ ਆ, ਸਦਾ ਹੀ ਆਪਣੇ ਉਸ ਪੁੱਤਰ ਦੀ ਚੜ੍ਹਦੀ ਕਲਾ ਚਾਹੁੰਦੀ ਆ, ਆਪਣੇ ਪੁੱਤਰ ਦੀ ਸੋਹਣੀ ਸੂਰਤ ਨੂੰ ਸਦਾ ਹੀ ਤੱਕਦੀ ਰਹਿੰਦੀ ਹੈ। ਪੁੱਤਰ ਸੁਨਹੁ ਬੜ ਯਤਨ ਕਰੰਤੇ। ਹੇ ਮੇਰੇ ਸੁਪੁੱਤਰ ਜੀ, ਮੈਂ ਬਹੁਤ ਯਤਨ ਕੀਤੇ ਆ, ਕਿਉਂਕਿ ਮਾਂ ਨੂੰ ਪਤਾ ਹੁੰਦਾ ਹੈ ਕਿਵੇਂ ਗੁਰੂ ਚਰਨਾਂ 'ਚ ਪੁੱਜ ਕੇ ਅਰਦਾਸ ਬੇਨਤੀ ਕਰਨੀ ਤੇ ਇਸ ਪੁੱਤਰ ਦੀ ਦਾਤ ਪ੍ਰਾਪਤ ਕਰਨੀ। ਇਹ ਤੇ ਮਾਤ ਗੰਗਾ ਜੀ ਨੂੰ ਹੀ ਪਤਾ ਹੈ ਕਿਵੇਂ ਉਹਨਾਂ ਨੂੰ ਆਪਣੀ ਜਠਾਣੀ ਦੇ ਤਾਨੇ ਮਿਹਣੇ ਸਹਾਰਨੇ ਪਏ, ਔਰ ਕਿਵੇਂ ਦੁੱਖਾਂ ਦੇ ਵਿੱਚੋਂ ਲੰਘ ਕੇ ਉਹ ਸਮਾਂ ਮਾਤ ਗੰਗਾ ਜੀ ਨੇ ਬਤੀਤ ਕੀਤਾ। ਆਖਿਆ ਮੇਰੇ ਪੁੱਤਰ ਜੀ ਮੈਂ ਬਹੁਤ ਯਤਨ ਕੀਤੇ ਨੇ, ਮੈਂ ਬਹੁਤ ਕੁਝ ਆਪ ਜੀ ਦੀ ਪ੍ਰਾਪਤੀ ਵਾਸਤੇ ਕੀਤਾ ਹੈ। ਪ੍ਰਾਪਤ ਭਏ ਆਪ ਦੁਤਵੰਤੇ। ਕਹਿਣ ਲੱਗੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ, ਮੈਨੂੰ ਤੁਹਾਡੀ ਵਰਗੀ ਦਾਤ ਬਖਸ਼ਿਸ਼ ਕੀਤੀ ਹੈ, ਪਰ ਇਹ ਕਿਹੋ ਜਿਹਾ ਸਮਾਂ ਬਣ ਗਿਆ ਹੈ। ਹੁਣ ਸ਼ਤਰਨ ਬਹੁ ਵਿਗਨ ਉਠਾਏ। ਤੇ ਇਹ ਜਿਹੜੇ ਦੁਸ਼ਮਣ ਲੋਕ ਆ, ਇਹ ਤਾਂ ਤੁਹਾਡੇ ਵਾਸਤੇ ਪਹਿਲਾਂ ਵੀ ਬੜੇ ਵਿਘਨ ਇਹਨਾਂ ਨੇ ਪੈਦਾ ਕੀਤੇ ਆ। ਜਦੋਂ ਤੁਸੀਂ ਛੋਟੇ ਸੀ ਉਸ ਵੇਲੇ ਵੀ ਤੁਹਾਨੂੰ ਮਾਰਨ ਵਾਸਤੇ ਬਾਬਾ ਪ੍ਰਿਥੀ ਚੰਦ ਨੇ ਕੀ ਕੁਛ ਨਹੀਂ ਕੀਤਾ। ਮਾਤਾ ਗੰਗਾ ਜੀ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਹੈ, ਔਰ ਉਹਨਾਂ ਨੇ ਆਖਿਆ ਹੇ ਮੇਰੀ ਪੀਰੀ ਦੇ ਮਾਲਕ, ਇਹਨਾਂ ਲੋਕਾਂ ਨੇ ਪਹਿਲਾਂ ਵੀ ਤੁਹਾਨੂੰ ਦੁੱਖ ਦੇਣ ਵਾਸਤੇ ਬੜੇ ਸੰਕਟ ਪੈਦਾ ਕੀਤੇ ਹਨ। ਨਿਜ ਕਰ ਦੇ ਕਰ ਗੁਰੂ ਬਚਾਏ। ਇਹ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ। ਗੁਰੂ ਸਾਹਿਬ ਜੀ ਨੇ ਆਪ ਮਿਹਰ ਭਰਿਆ ਹੱਥ ਰੱਖਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਸ ਭਿਆਨਕ ਹੋਣੀ ਤੋਂ ਬਚਾਇਆ। ਪੁੱਤਰ ਜੀ, ਤੁਹਾਨੂੰ ਪਹਿਲਾਂ ਵੀ ਇਹਨਾਂ ਲੋਕਾਂ ਨੇ ਬੜੇ ਦੁੱਖ ਦੇਣ ਦਾ ਯਤਨ ਕੀਤਾ ਹੈ। ਆਬਲੋ ਮੈਂ ਤੁਮ ਪਾਰਨ ਕੀਨੇ। ਬੜੀ ਮੁਸ਼ਕਲ ਦੇ ਨਾਲ ਪਾਲਣਾ ਕੀਤੀ ਹੈ। ਕਿਵੇਂ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨ ਵਾਸਤੇ ਬਾਬਾ ਪ੍ਰਿਥੀ ਚੰਦ ਨੇ ਵਿਉਂਤਾਂ ਬਣਾਈਆਂ।
ਉਹ ਸਾਰੀਆਂ ਗੱਲਾਂ ਦਾ ਜ਼ਿਕਰ ਮਾਤਾ ਜੀ ਨੇ ਇੱਕ ਇਸ਼ਾਰੇ ਵਿੱਚ ਹੀ ਕੀਤਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਤੁਰਨ ਲੱਗੇ ਆ ਦਿੱਲੀ ਵਾਲੇ ਪਾਸੇ ਨੂੰ। ਮਾਤਾ ਜੀ ਦੇ ਮਨ ਵਿੱਚੋਂ ਸਾਰੀ ਵਿਚਾਰ ਆਈ ਵੀ ਕਿਵੇਂ ਪਹਿਲਾਂ ਵੀ ਇਹ ਸਾਡਾ ਆਪਣਾ ਪਰਿਵਾਰ ਹੀ ਦੁਖੀ ਕਰਦਾ ਰਿਹਾ, ਅੱਜ ਦਿੱਲੀ ਦੇ ਬਾਦਸ਼ਾਹ ਨੇ ਬੁਲਾ ਲਿਆ, ਪਹਿਲਾਂ ਇਹਨਾਂ ਦੇ ਪਿਤਾ ਨੂੰ ਬੁਲਾਇਆ। ਤਾਂ ਮਾਤਾ ਜੀ ਮਨ ਵਿੱਚ ਇਹ ਵਿਰਾਗ ਲਿਆ ਕੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਚਨ ਕਰਦੇ ਨੇ ਕਿ ਪੁੱਤਰ ਜੀ ਬਹੁਤ ਅਖਿਆਈ ਦੇ ਨਾਲ, ਬੜੇ ਔਖੇ ਹੋ ਕੇ, ਬੜੇ ਵਿਘਨਾਂ ਤੇ ਕਸ਼ਟਾਂ ਦੇ ਵਿੱਚੋਂ ਬਚਾ ਕੇ ਅਸੀਂ ਤੁਹਾਡੀ ਪਾਲਣਾ ਕੀਤੀ ਹੈ। ਦੇਖਤ ਮੈਂ ਨਿਤ ਤ੍ਰਿਪਤ ਬੀਨੇ, ਮੈਂ ਸਦਾ ਹੀ ਜਦੋਂ ਦੇਖਦੀ ਹਾਂ ਤੁਹਾਡਾ ਦਰਸ਼ਨ ਕਰਦੀ ਹਾਂ, ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ, ਮੇਰਾ ਮਨ ਜਿਹੜਾ ਇਹ ਸ਼ਾਂਤ ਹੋ ਜਾਂਦਾ ਹੈ। ਇੱਕ ਪੁੱਤਰਾ ਦੇਖੋ ਦਿਸ ਮੋਹੀ, ਇਹ ਮੇਰੇ ਪੁੱਤਰ ਜੀ, ਮਾਤ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਰਦੇ ਆ ਕਿ ਹੇ ਮੇਰੇ ਪੁੱਤਰਾ, ਮੈਂ ਤੁਹਾਡੇ ਦਰਸ਼ਨ ਜਿਹੜੇ ਆ ਕਰਨ ਤੋਂ ਬਿਨਾ ਰਹਿ ਨਹੀਂ ਸਕਦੀ। ਮੇਰੀ ਤਾਂ ਇਹ ਤਾਂ ਹੀ ਹਾਲਤ ਚੰਗੀ ਰਹਿ ਸਕਦੀ ਆ ਜੇ ਤੁਹਾਡਾ ਦਰਸ਼ਨ ਮੈਨੂੰ ਨਸੀਬ ਹੁੰਦਾ ਰਵੇ। ਮਿਲੋ ਤੁਰੰਤ ਜਿਮ ਸੁਖ ਮਨ ਹੋਹੀ, ਤੇ ਤੁਸੀਂ ਕਿਰਪਾ ਕਰਨੀ ਆ, ਚੱਲੇ ਉਹ ਦਿੱਲੀ ਵਿਖੇ, ਉੱਥੋਂ ਦਾ ਜੋ ਵੀ ਕਾਜ ਆ ਉਹਨੂੰ ਕਰਨਾ, ਤੇ ਫਿਰ ਉਸ ਤੋਂ ਬਾਅਦ ਠਹਿਰਨਾ ਨਹੀਂ। ਜਿੰਨਾ ਵੀ ਹੋ ਸਕੇ ਤੁਸੀਂ ਛੇਤੀ ਫਿਰ ਵਾਪਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣਾ, ਤਾਂ ਕਿ ਸਾਡੇ ਮਨਾਂ ਨੂੰ ਸੁਖ ਪ੍ਰਾਪਤ ਹੋ ਜਾਏ। ਇਹ ਜਨਨੀ ਜਬ ਅਵਸਰ ਪਾਵੋ, ਮਹਾਰਾਜ ਕਹਿਣ ਲੱਗੇ ਹੇ ਮਾਤ ਗੰਗਾ ਜੀ, ਜਦੋਂ ਵੀ ਸਾਨੂੰ ਮੌਕਾ ਮਿਲੇਗਾ, ਸਮਾਂ ਮਿਲ ਜਾਵੇਗਾ, ਤੁਮ ਕਾ ਸਿਮਰ ਤੁਰੰਤ ਹੀ ਆਵੋ, ਮੈਂ ਉਸੇ ਵੇਲੇ ਤੁਹਾਨੂੰ ਯਾਦ ਕਰਦਾ ਹੋਇਆ ਮਾਤਾ ਜੀ ਮੈਂ ਤੁਹਾਡੇ ਪਾਸ ਆ ਜਾਵਾਂਗਾ। ਕਰੋ ਆਨੰਦ ਬਿਦ ਅਬ ਦੀਜੈ, ਹੁਣ ਤੁਸੀਂ ਆਨੰਦ ਪ੍ਰਾਪਤ ਕਰੋ ਤੇ ਮੈਨੂੰ ਵਿਦਾ ਕਰ ਦੇਵੋ, ਮੈਨੂੰ ਦਿੱਲੀ ਜਾਣ ਦੀ ਆਗਿਆ ਦੇ ਦੇਵੋ। ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਪੁੱਤਰ ਨੇ ਵਿਦੇਸ਼ ਕਮਾਈ ਕਰਨ ਵਾਸਤੇ ਜਾਣਾ ਹੁੰਦਾ ਹੈ, ਸਾਰਾ ਪ੍ਰਬੰਧ ਮਾਂ ਬਾਪ ਪਹਿਲਾਂ ਕਰਦੇ ਆ, ਅਰਦਾਸਾਂ ਬੇਨਤੀਆਂ ਕਰਦੇ ਆ, ਉਹ ਕਮਾਈ ਕਰਨ ਵਾਸਤੇ ਚੱਲਿਆ। ਜਦੋਂ ਏਅਰਪੋਰਟ ਰੇਲਵੇ ਸਟੇਸ਼ਨ 'ਤੇ ਤੋਰਦੇ ਆ ਤੇ ਅੱਖਾਂ ਵਿੱਚ ਵਿਰਾਗ ਆ ਜਾਂਦਾ ਹੈ, ਹਿਰਦਾ ਜਿਹੜਾ ਹੈ ਉਹਦੇ ਤੋਂ ਬੋਲਿਆ ਨਹੀਂ ਜਾਂਦਾ, ਗਲਾ ਭਰ ਜਾਂਦਾ ਹੈ। ਅਜੇ ਪਤਾ ਹੈ ਵੀ ਸਾਡੇ ਇਸ ਬੱਚੇ ਨੇ ਕਿੱਥੇ ਜਾ ਕੇ ਸੁੱਖ ਆਰਾਮ ਦੇ ਨਾਲ ਰਹਿਣਾ, ਕਮਾਈ ਕਰਨੀ ਆ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਉਣ ਵਾਲੇ ਲੋਕ ਚੰਗੇ ਨਹੀਂ ਸਨ, ਦਿਲ ਦੇ ਪਾਪੀ ਲੋਕ ਸਨ। ਚੰਦੂ ਵਰਗੇ ਲੋਕ ਉੱਥੇ ਬੜੇ ਲਾਲਚੀ ਬੈਠੇ ਸਨ। ਤੋ ਮਾਤਾ ਜੀ ਦੇ ਮਨ ਵਿੱਚ ਵੈਰਾਗ ਹੋਣਾ ਤੇ ਅਵਸ਼ ਹੈ। ਫਿਰ ਇੱਕ ਮਾਂ ਜਿਸ ਤਰ੍ਹਾਂ ਬੜੀ ਮਹਿੰਗੀ ਔਲਾਦ ਪ੍ਰਾਪਤ ਕੀਤੀ ਜਾਏ, ਉਸ ਮਾਂ ਬਾਪ ਨੂੰ ਹੀ ਪਤਾ ਹੁੰਦਾ ਹੈ। ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਹਿਲਾਂ ਸ਼ਹੀਦ ਕਰ ਦਿੱਤਾ, ਤੋ ਮਾਂ ਦੇ ਮਨ ਵਿੱਚ ਕਿੰਨਾ ਵੈਰਾਗ ਪੈਦਾ ਹੋਵੇਗਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿਣ ਲੱਗੇ ਮਾਂ ਸਾਨੂੰ ਵਿਦਿਆ ਕਰੋ, ਸਾਨੂੰ ਆਗਿਆ ਦੇਵੋ, ਅਸੀਂ ਹੁਣ ਦਿੱਲੀ ਨੂੰ ਚਾਲੇ ਪਾਈਏ ਤੇ ਤੁਸੀਂ ਹੁਣ ਬਹੁਤਾ ਵੈਰਾਗ ਨਹੀਂ, ਆਨੰਦ ਨੂੰ ਪ੍ਰਾਪਤ ਕਰਨਾ ਹੈ। ਸਤਿਗੁਰ ਸਾਬ ਅਸੀਸ ਭਣੀਜੈ, ਕਹਿਣ ਲੱਗੇ ਤੁਹਾਡੀ ਅਸੀਸ ਚਾਹੀਦੀ ਹੈ। ਹੇ ਮਾਂ ਮੈਨੂੰ ਅਸੀਸ ਦੇਵੋ
ਤੁਹਾਡੀ ਅਸੀਸ ਲੈ ਕੇ ਮੈਂ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾ ਦੇਵਾਂ। ਹਿਮ ਕਹੈ ਬੰਧਨ ਕਰ ਘਰ ਨਿਕਸੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀ ਦੇ ਨਾਲ ਇਹ ਬਚਨ ਕਰਦੇ ਨੇ ਤੇ ਆਖਿਆ ਮੈਨੂੰ ਅਸੀਸ ਤੁਹਾਡੀ ਚਾਹੀਦੀ ਹੈ ਔਰ ਤੁਹਾਡੀ ਆਗਿਆ ਚਾਹੀਦੀ ਹੈ। ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਉਹਦਾ ਮੱਥਾ ਚੁੰਮਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਤਾ ਜੀ ਨੂੰ ਫਿਰ ਬੰਦਨਾ ਕਰਦੇ ਆ, ਨਮਸਕਾਰ ਕਰਦੇ ਆ ਔਰ ਇਸ ਢੰਗ ਦੇ ਨਾਲ ਮਾਤਾ ਜੀ ਘਰ ਨੂੰ ਵਾਪਸ ਜਾਂਦੇ ਹਨ। ਕਮਲ ਵਿਸਾਲ ਬਲੋਚਨ ਬਿਗਸੈ। ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਦਰਸ਼ਨ ਹੈ ਉਹ ਕਮਲ ਦੇ ਵਰਗਾ ਬੜਾ ਹਿਰਦਾ ਵਿਸਾਲ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮਾਤਾ ਜੀ ਨਿਹਾਲ ਹੁੰਦੇ ਹਨ। ਸਭ ਸਜਾਏ ਸੇਵਕ ਹੈ ਲਿਆਇਓ। ਇੰਨੇ ਚਿਰ ਨੂੰ ਜਿਹੜਾ ਸੇਵਕ ਹੈ ਗੁਰੂ ਕੇ ਸਿੱਖ ਉਹ ਘੋੜਾ ਲੈ ਕੇ ਆਏ। ਘੋੜਾ ਬੜਾ ਹੀ ਸਜਾਇਆ ਹੋਇਆ ਜਿਸ ਉੱਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਸਵਾਰ ਹੋਣਾ ਹੈ। ਸੇਵਕ ਘੋੜਾ ਲੈ ਕੇ ਪਹੁੰਚ ਗਿਆ ਹੈ। ਸ੍ਰੀ ਸਤਿਗੁਰ ਨਾਨਕ ਉਰ ਧਿਆਇਓ। ਸਨਮਾਨਯੋਗ ਮਾਤਾ ਜੀ ਘਰ ਵਿੱਚ ਚਲੇ ਜਾਂਦੇ ਆ। ਸਤਿਗੁਰੂ ਜੀ ਉਹਨਾਂ ਨੂੰ ਨਮਸਕਾਰ ਕਰਦੇ ਨੇ, ਜਾਓ ਆਨੰਦ ਨਾਲ ਰਹੋ, ਕਿਸੇ ਗੱਲ ਦਾ ਫਿਕਰ ਨਹੀਂ ਕਰਨਾ। ਸੇਵਕ ਘੋੜਾ ਲੈ ਕੇ ਆਉਂਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਧਰ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਚੇਤੇ ਕਰਦੇ ਹਨ। ਭਏ ਅਰੂਡਨ ਜਬੇ ਗੁਸਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਘੋੜੇ ਦੇ ਉੱਤੇ ਦੀਨ ਦੁਨੀਆ ਦੇ ਮਾਲਕ ਫਿਰ ਬਿਰਾਜਮਾਨ ਹੋ ਜਾਂਦੇ ਹਨ। ਧੁਨ ਧੁੰਦਬ ਹਨ ਡੰਕ ਉਠਾਏ। ਉਸੇ ਵੇਲੇ ਜਿਹੜਾ ਨਗਾਰਾ ਹੈ ਉਹਨੂੰ ਉਠਾ ਲਿਆ ਜਾਂਦਾ ਤੇ ਡੰਕਾ ਵੱਜਦਾ ਹੈ, ਨਗਾਰਾ ਵੱਜਦਾ ਹੈ ਔਰ ਉੱਚੀ ਉੱਚੀ ਉਹਦੀਆਂ ਆਵਾਜ਼ਾਂ ਧੁਨੀਆਂ ਸੁਣਾਈ ਦਿੰਦੀਆਂ ਹਨ। ਅਸ ਅਸਵਾਰ ਹੋਏ ਕਰ ਚਾਲੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਉੱਤੇ ਸਵਾਰ ਹੋ ਜਾਂਦੇ ਐ। ਘੋੜੇ ਉੱਤੇ ਸਵਾਰ ਹੋ ਕੇ ਮਹਾਰਾਜ ਜੀ ਅੱਗੇ ਨੂੰ ਚਾਲੇ ਪਾਉਂਦੇ ਹਨ। ਸੰਗ ਸਪਾਟ ਚੜ ਗਏ ਅਸ ਢਾਲੇ। ਸਤਿਗੁਰੂ ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੋ ਜਾਂਦੇ ਐ ਉਹਨਾਂ ਦੇ ਨਾਲ ਬਾਕੀ ਸਿੱਖ ਸੇਵਕ ਸੰਗਤਾਂ ਜਿਹੜੇ ਉਹਨਾਂ ਨੇ ਸਿਪਾਹੀ ਭਰਤੀ ਕੀਤੇ ਆ ਉਹ ਵੀ ਢਾਲਾਂ ਲੈ ਕੇ ਔਰ ਇਸੇ ਤਰ੍ਹਾਂ ਜਿਹੜੇ ਸ਼ਸਤਰ ਆ ਉਹਨਾਂ ਨੇ ਵੀ ਪਕੜ ਲਏ ਨੇ, ਹੱਥ ਵਿੱਚ ਲੈ ਲਏ ਨੇ ਤੇ ਇਸ ਤਰ੍ਹਾਂ ਉਹ ਸਾਰੇ ਹਥਿਆਰ ਲੈ ਕੇ ਤਿਆਰ ਬਰ ਤਿਆਰ ਹੋ ਕੇ ਘੋੜੇ ਤੇ ਚੱਲ ਪੈਂਦੇ ਹਨ। ਸ਼ਗਨ ਭਏ ਚੋਂ ਦਿਸਤੇ ਨੀਕੇ। ਕਵੀ ਸਾਹਿਬ ਜੀ ਨੇ ਇੱਥੇ ਕੁਝ ਵਾਤਾਵਰਨ ਦੀ ਗੱਲ ਕੀਤੀ ਹੈ ਔਰ ਚੰਗੇ ਸ਼ਗਨ ਜਿਹੜੇ ਆ ਚਾਰੇ ਪਾਸਿਆਂ ਤੋਂ ਹੁੰਦੇ ਨਜ਼ਰ ਆਏ ਹਨ। ਅਵਲੋਕਤ ਹੁਲਾਸਨ ਜੀ ਕੇ। ਦੇਖਦੇ ਨੇ ਕਿ ਹਵਾ ਜਿਹੜੀ ਹੈ ਬੜੀ ਠੰਡੀ ਚਾਰੇ ਪਾਸਿਆਂ ਤੋਂ ਵਗ ਰਹੀ ਹੈ। ਹਰ ਕਿਆ ਦਹਨ ਬਲੋਚਨ ਸੁੰਦਰ। ਜਿਹੜੀ ਸੱਜੇ ਪਾਸੇ ਦੀ ਅੱਖ ਹੈ ਬੜੀ ਸੁੰਦਰ ਆ, ਗੁਰੂ ਮਹਾਰਾਜ ਜੀ ਦੀ ਜਿਵੇਂ ਫਰਕਦੀ ਦਿਖਾਈ ਦਿੰਦੀ ਹੈ। ਪੂਜਾ ਦੰਡ ਦਹਨ ਬਲ ਮੰਦਰ। ਤੇ ਇਸੇ ਤਰ੍ਹਾਂ ਜਿਹੜੀਆਂ ਪਾਤਸ਼ਾਹ ਜੀ ਦੀਆਂ ਬਾਵਾਂ ਨੇ ਪੂਜਾ ਬਹੁਤ ਵੱਡੇ ਬਲ ਵਾਲੀਆਂ, ਬੜੇ ਵੱਡੇ ਜਿਵੇਂ ਬਲ ਮੰਦਰ ਹਨ। ਸ਼ਤਰੂ ਵਿਨਾਸ਼ ਜਨਾਵਨ ਕਰੇ। ਤੇ ਜਿਹੜੇ ਸ਼ਤਰੂ ਆ ਉਹਨਾਂ ਦਾ ਵਿਨਾਸ਼ ਕਰਨ ਵਾਸਤੇ, ਜਿਵੇਂ ਉਹਨਾਂ ਦਾ ਖਾਤਮਾ ਕਰਨ ਵਾਸਤੇ ਇਹ ਜਿਹੜੇ ਪਸ਼ੂ ਤੇ ਪੰਛੀ ਆ
ਜਿੰਨੇ ਵੀ ਇਸ਼ਾਰੇ ਕਵੀ ਸਾਹਿਬ ਜੀ ਬਿਆਨ ਕਰਦੇ ਆ, ਮੰਨੋ ਕਿ ਇਹ ਵੀ ਆਪਣੇ ਮਨ ਵਿੱਚ ਇਹੋ ਜਿਹਾ ਮਾਹੌਲ ਪੈਦਾ ਕਰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਜਾ ਰਹੇ ਹਨ। ਸਤਿਗੁਰ ਹਿਤ ਕੋ ਬਿਦਤਾ ਚਰਹੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਉਹਨਾਂ ਦੀ ਵਡਿਆਈ ਚਾਰੇ ਪਾਸੇ ਇਹ ਬਨਾਸਪਤੀ ਵੀ ਪ੍ਰਗਟ ਕਰਦੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਧੌਂਸਾ ਧੁੰਕਤ ਜਾਤ ਅਗਾਰੇ। ਜਿਹੜਾ ਧੌਂਸਾ ਹੈ, ਜਿਹੜਾ ਨਗਾਰਾ ਹੈ, ਧੁੰਕਤ ਭਾਵ ਬਹੁਤ ਵੱਡੀ ਆਵਾਜ਼, ਜਦੋਂ ਉਹਦੇ ਉੱਤੇ ਚੋਟਾਂ ਲੱਗਦੀਆਂ ਨੇ, ਅੱਗੇ ਅੱਗੇ ਕਿਸੇ ਘੋੜੇ ਦੇ ਉੱਪਰ ਬੱਧਾ ਹੋਇਆ ਬਹੁਤ ਉੱਚੀ ਆਵਾਜ਼ਾਂ ਕੱਢਦਾ ਹੈ। ਚਮੋ ਤਰੰਗਨ ਬਲੀ ਪਿਛਾਰੇ। ਜਿਹੜੀ ਬਾਕੀ ਫੌਜ ਆ ਉਹ ਵੀ ਘੋੜਿਆਂ ਦੇ ਉੱਤੇ ਆ ਸਵਾਰ, ਤੇ ਇਸੇ ਤਰ੍ਹਾਂ ਬੜੀ ਬਲ ਵਾਲੀ ਫੌਜ ਆ ਮਹਾਰਾਜ ਜੀ ਦੇ ਨਾਲ। ਜਿਹੜੀ ਪਿੱਛੇ ਆ ਉਹ ਵੀ ਇਸੇ ਤਰ੍ਹਾਂ ਬਹੁਤ ਬਲੀ, ਜਿਹੜੇ ਵਧੀਆ ਵਧੀਆ ਘੋੜੇ ਨੇ, ਫੌਜ ਮਹਾਰਾਜ ਜੀ ਦੇ ਨਾਲ ਚੱਲ ਪਈ ਹੈ। ਕਿੰਚ ਬੇਗ ਅਰ ਖਾਨ ਵਜ਼ੀਰ। ਜਿਹੜਾ ਕਿੰਚ ਬੇਗ ਤੇ ਵਜ਼ੀਰ ਖਾਨ ਜਿਹੜੇ ਦਿੱਲੀ ਤੋਂ ਚੱਲ ਕੇ ਆਏ ਸਨ। ਭੈ ਅਰੂਡਨ ਗਮਨੇ ਧੀਰ। ਇਹ ਵੀ ਆਪਣੇ ਘੋੜਿਆਂ ਦੇ ਉੱਤੇ ਸਵਾਰ ਹੋ ਗਏ ਆ, ਤੇ ਗੁਰੂ ਮਹਾਰਾਜ ਜੀ ਦੇ ਇਸ ਦਲ ਦੇ ਨਾਲ ਇਹ ਵੀ ਹੌਲੀ ਹੌਲੀ ਜਾ ਰਹੇ ਹਨ। ਆਇਨ ਕੁਦਾਵਤ ਮਾਰਗ ਜਾਤੇ। ਕੁਝ ਇਸੇ ਗੁਰੂ ਕੇ ਸਿੰਘ ਚੜ੍ਹਦੀ ਕਲਾ ਵਾਲੇ ਆ, ਰਸਤੇ ਦੇ ਵਿੱਚ ਘੋੜੇ ਜਿਵੇਂ ਹਿਣਕਦੇ ਆ ਤੇ ਛਲਾਂਗਾ ਮਾਰਦੇ ਆ, ਹਿਰਨਾਂ ਦੇ ਵਾਂਗ ਨੱਚਦੇ ਟੱਪਦੇ ਜਾਂਦੇ ਆ। ਜਿਵੇਂ ਅੱਜ ਵੀ ਨਿਹੰਗ ਸਿੰਘ ਘੋੜਿਆਂ ਨੂੰ ਖੱਬੇ ਸੱਜੇ ਦੌੜਾਉਂਦਿਆਂ ਜਿਵੇਂ ਨੱਚਦੇ ਹੋਣ, ਭਾਵ ਬੜੇ ਬਲ ਵਾਲੇ ਬਲੀ ਘੋੜੇ ਇਸ ਤਰ੍ਹਾਂ ਹਿਰਨਾਂ ਦੇ ਵਾਂਗ ਨੱਚਦੇ ਟੱਪਦੇ ਨੇ। ਤੇ ਕਈ ਗੁਰੂ ਕੇ ਸਿੱਖ ਇਹ ਕਰਤੱਵ ਕਰਦੇ ਜਾਂਦੇ ਹਨ। ਅਜਦ ਵਿਦਿਆ ਮੈਂ ਉਮਹਤੇ। ਮਾਨੋ ਕਿ ਜਿਹੜੀ ਯੁੱਧ ਵਿਦਿਆ ਹੈ ਉਹਦੇ ਵਿੱਚ ਸਾਰੇ ਸੇਵਕ ਤੇ ਸੈਨਿਕ ਬੜੇ ਮਾਰ ਨੇ, ਜਿਨ੍ਹਾਂ ਨੂੰ ਕਿਸੇ ਗੱਲ ਦਾ, ਲੜਾਈ ਝਗੜੇ ਦਾ ਕੋਈ ਵੀ ਖਤਰਾ ਜਾਂ ਡਰ ਨਹੀਂ ਹੈ। ਦੋਏ ਕੋਸ ਪਰ ਕੀਨਸ ਡੇਰਾ। ਦੋ ਕੋਹ ਤੇ ਜਦੋਂ ਪਹੁੰਚ ਜਾਂਦੇ ਆ, ਦੋ ਕੋਸਾਂ ਤੇ ਉੱਥੇ ਜਾ ਕੇ ਫਿਰ ਡੇਰਾ ਕਰਦੇ ਆ, ਰੁਕ ਜਾਂਦੇ ਆ, ਉਸ ਥਾਂ ਤੇ ਜਾ ਕੇ ਪੜਾਅ ਕਰਦੇ ਹਨ। ਉਤਰ ਗੁਰੂ ਜਾਏ ਤਿਸ ਬੀਰਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਉਸ ਵੇਲੇ ਆਪਣੇ ਘੋੜੇ ਤੋਂ ਹੇਠਾਂ ਉਤਰ ਜਾਂਦੇ ਹਨ। ਉਤ ਮਖਮਲੇ ਤੰਬੂ ਸੁੰਦਰ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਰਾਜਮਾਨ ਹੋਣਾ ਹੈ, ਬਹੁਤ ਹੀ ਮਖਮਲੀ ਤੇ ਸੁੰਦਰ ਜਿਹੜਾ ਤੰਬੂ ਹੈ। ਉਪਰ ਜਾਰੀ ਪਸ਼ਮ ਪਟ ਅੰਦਰ। ਉਸ ਤੰਬੂ ਦੇ ਅੰਦਰ ਪਾਤਸ਼ਾਹ ਜੀ ਨੇ ਬਿਰਾਜਮਾਨ ਹੋਣਾ ਹੈ। ਉਹਦੇ ਉੱਪਰ ਬਹੁਤ ਵਧੀਆ ਕੀਮਤੀ ਜ਼ਰੀ ਉਹ ਲਗਾਈ ਗਈ, ਫਿਰ ਪਸ਼ਮ ਤੇ ਫਿਰ ਰੇਸ਼ਮੀ ਕੱਪੜਾ ਉਹਦੇ ਉੱਪਰ ਲਗਾਇਆ ਗਿਆ ਹੈ। ਚਾਂਦੀ ਚੋਬ ਚਤਰ ਕੀ ਰਚੀ। ਤੇ ਸਿਆਣੇ ਆਦਮੀ ਦੀ ਬਣਾਈ ਹੋਈ ਜਿਹੜੀ ਚਾਂਦੀ ਦੀ ਚੋਬ ਆ, ਉਹ ਵੀ ਇਸੇ ਤਰ੍ਹਾਂ ਰਚੀ ਹੋਈ ਹੈ। ਕੰਚਨ ਕਲਸ ਰੁਚਰ ਦੁੱਤ ਖਾਚੀ। ਜਿਹੜਾ ਕਲਸ ਸਤਿਗੁਰੂ ਮਹਾਰਾਜ ਜੀ ਦੇ ਪਾਸ ਲਾਇਆ, ਉਹ ਵੀ ਸੋਨੇ ਦਾ ਬਣਿਆ ਹੋਇਆ ਤੇ ਬਹੁਤ ਹੀ ਵਧੀਆ ਉਹਨੂੰ ਖਿੱਚ ਜਿਹੜੀ ਆ ਉਹ ਪਾਈ ਗਈ ਹੈ। ਆਪਰ ਕਨਾਤ ਚਾਨਣੀ ਚਾਰ। ਤੇ ਹੋਰ ਵੀ ਚਾਰ ਚਾਂਦਣੀਆਂ, ਹੋਰ ਵੀ ਜਿਹੜੀਆਂ ਕਨਾਤਾਂ ਨੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਰਾਜਮਾਨ ਹੋਣਾ,
ਉਹ ਵੀ ਲਾਈਆਂ ਗਈਆਂ ਹਨ। ਰੇਸ਼ਮ ਡੋਰ ਖਿਚੀ ਦਿਸ ਚਾਰ, ਰੇਸ਼ਮ ਦੀਆਂ ਡੋਰਾਂ ਨੇ ਉਹ ਨਾਲ ਇਹਨਾਂ 4 ਚਾਂਦਣੀਆਂ ਦੇ ਵਾਸਤੇ ਬੱਧੀਆਂ, ਤਾਂ ਕਿ ਚੰਗੀ ਤਰ੍ਹਾਂ ਖਿੱਚ ਬਣੀ ਰਵੇ ਤੇ ਇਹ ਕੱਸੀਆਂ ਰਹਿਣ। ਬੀਚ ਪਰਯੰਕ ਡਸਾਏ ਨਵੀਨ, ਤੇ ਉਸ ਤੰਬੂ ਦੇ ਵਿੱਚ ਜਿੱਥੇ ਇੰਨਾ ਵਧੀਆ ਮਾਹੌਲ ਬਣਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਿਰਾਜਮਾਨ ਹੋਣ ਵਾਸਤੇ ਨਵਾਂ ਪਲੰਗ ਢਾ ਦਿੱਤਾ ਗਿਆ ਹੈ। ਸੁਵਛ ਵਿਛਾਉਣਾ ਸਾਧਨ ਕੀਨ, ਬਹੁਤ ਵਧੀਆ ਵਿਛਾਉਣਾ ਤੇ ਬੜੇ ਜਿਹੜੇ ਸੁੰਦਰ ਬਸਤਰ ਕੱਪੜੇ ਆ ਉਹ ਵਿਛਾ ਦਿੱਤੇ ਗਏ ਹਨ। ਸੇਜ ਬੰਦ ਬੜ ਗੁੰਫੇ ਜਰੀ, ਸੇਜ ਬੰਦ ਬੜ ਗੁੰਫੇ ਜ਼ਰੀ, ਬਹੁਤ ਵਧੀਆ ਸੁੰਦਰ ਗਲੀਚੇ, ਇਹਨਾਂ ਦਾ ਵੀ ਪ੍ਰਬੰਧ, ਜਿੱਥੇ ਮਹਾਰਾਜ ਜੀ ਨੇ ਸੇਜ ਉੱਤੇ ਬੈਠਣਾ ਹੈ ਪ੍ਰਬੰਧ ਕੀਤਾ ਗਿਆ ਹੈ। ਐਚ ਚਾਹੋ ਦਿਸ ਬੰਧਨ ਕਰੇ, ਚਾਰੇ ਪਾਸਿਆਂ ਤੋਂ ਬੜਾ ਸੁੰਦਰ ਮਾਹੌਲ ਬਣਿਆ, ਜਿਹੜਾ ਉੱਥੇ ਬਹੁਤ ਵਿਲੱਖਣਤਾ ਪੈਦਾ ਕਰਦਾ ਹੈ। ਧਰਿਓ ਮਿਰਦਲ ਸੁੰਦਰ ਉਬਤਾਨ, ਤੇ ਜਿਹੜਾ ਤਕੀਆ ਜਿਹਨੂੰ ਸਿਰਹਾਣਾ ਕਿਹਾ ਜਾਂਦਾ ਹੈ, ਬੜਾ ਹੀ ਸੁੰਦਰ ਸਿਰਹਾਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਉਸ ਪਲੰਘ ਉੱਪਰ ਰੱਖ ਦਿੱਤਾ ਹੈ। ਆਏ ਤੇ ਉਤਰ ਗੁਰੂ ਭਗਵਾਨ, ਸਤਿਗੁਰੂ ਮਹਾਰਾਜ ਜੀ ਜਿਹੜੇ ਇਸ ਗੁਰੂ ਆ ਭਗਵਾਨ ਆ, ਮਹਾਰਾਜ ਜੀ ਆਪਣੇ ਘੋੜੇ ਤੋਂ ਹੇਠਾਂ ਉਤਰਦੇ ਹਨ। ਚੜ ਪਰਯੰਕ ਪਰ ਬੈਠ ਬਰਾਜੇ, ਫਿਰ ਮਹਾਰਾਜ ਜੀ ਤੰਬੂ ਵਿੱਚ ਆਉਂਦੇ ਨੇ ਤੇ ਪਲੰਘ ਉੱਤੇ ਆਣ ਕੇ ਬਿਰਾਜਮਾਨ ਹੁੰਦੇ ਹਨ। ਜਿਨ ਕੈ ਨਾਮ ਲਤ ਜਮ ਲਾਜੇ, ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲੈਂਦਿਆਂ ਜਿਹੜਾ ਜਾਮਿਆ ਸ਼ਰਮ ਦਾ ਮਾਰਿਆ ਉਹ ਵੀ ਭੱਜ ਜਾਂਦਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਸਤਿਗੁਰੂ ਜੀ ਪਲੰਘ ਤੇ ਬਿਰਾਜਮਾਨ ਹੋ ਗਏ ਹਨ। ਫਰਸ਼ ਵਿਸਾਲ ਚਹੂ ਦਿਸ ਹੋਆ, ਫਰਸ਼ ਜਿਹੜਾ ਹੈ ਬਹੁਤ ਖੁੱਲਾ ਤੇ ਚਾਰੇ ਪਾਸਿਆਂ ਤੋਂ ਬੜੀ ਸੁੰਦਰ ਦਿੱਖ ਵਾਲਾ ਸਾਫ਼ ਕੀਤਾ ਗਿਆ ਹੈ। ਉਪਜੈ ਤਿਹਾਰਕ ਬੈਠ ਜਿਨ ਜੋਆ, ਸਤਿਗੁਰੂ ਮਹਾਰਾਜ ਜੀ ਜਿੱਥੇ ਬਿਰਾਜਮਾਨ ਹੁੰਦੇ ਆ, ਉਹਨਾਂ ਦੇ ਦਰਸ਼ਨ ਕਰਦਿਆਂ ਸਾਰਿਆਂ ਦੇ ਮਨਾਂ ਵਿੱਚ ਬੜੀ ਖੁਸ਼ੀ ਪੈਦਾ ਹੁੰਦੀ ਹੈ। ਗਾਨ ਮਸਾਂਦਿਆਰ ਬ੍ਰਿਧ ਗੁਰਦਾਸ, ਹੋਰ ਜਿਹੜੇ ਮੁਖੀ ਮਸਾਂਦਿਆ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ, ਜੇਠਾ ਲੰਗਾ ਪਿਰਾਣਾ ਪਾਸ, ਇਹ ਜਿਹੜੇ ਸਾਰੇ ਗੁਰੂ ਕੇ ਮੁਖੀ ਸਿੱਖ ਆ, ਜਿਨ੍ਹਾਂ ਵਿੱਚ ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਇਹ ਵੀ ਸਤਿਗੁਰਾਂ ਦੇ ਪਾਸ ਹੀ ਬੈਠ ਗਏ ਹਨ। ਪਰ ਸਿੱਖ ਸਗਰੇ ਚੱਲ ਆਏ, ਹੋਰ ਵੀ ਜਿਹੜੀਆਂ ਸਥਾਨਕ ਸਿੱਖ ਸੰਗਤਾਂ ਜਿਨ੍ਹਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਜੀ ਦਿੱਲੀ ਨੂੰ ਜਾ ਰਹੇ ਆ, ਉਹ ਵੀ ਦਰਸ਼ਨ ਕਰਨ ਵਾਸਤੇ ਆਈਆਂ ਹਨ। ਨਰ ਨਾਰੀ ਪੁਰ ਤੇ ਉਮਡਾਏ, ਉਸ ਨਗਰ ਦੇ ਕੀ ਮਨੁੱਖ ਤੇ ਕੀ ਬੀਬੀਆਂ ਬੜੇ ਉਤਸ਼ਾਹ ਦੇ ਨਾਲ ਲੋਕ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਆਈਆਂ ਹਨ। ਜਥਾ ਸ਼ਕਤ ਲੈ ਪਾਣ ਉਪਾਇਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੋੜ ਦੇ ਅਨੁਸਾਰ ਜੋ ਜਲ ਪਾਣੀ ਸੰਗਤ ਨੇ ਲਿਆਂਦਾ ਛਕਣਾ ਕੀਤਾ ਹੈ। ਹਰਪੇ ਆਨ ਗੁਰੂ ਕੇ ਪਾਇਨ, ਜਿਹੜੀ ਸੰਗਤ ਆਈ ਉਹਨਾਂ ਨੇ ਜੋ ਵੀ ਕਾਰ ਭੇਟਾ ਲਿਆਂਦੀ ਆ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ ਹੈ। ਸੋ ਭੱਟ ਆਏ ਗਨ ਲਗਿਓ ਦੀਵਾਨ, ਜਿਹੜੇ ਭੱਟ ਕਵੀ ਜਾਣਿਆ ਢਾਡੀ ਸਾਹਿਬਾਨ, ਉਹਨਾਂ ਨੇ ਆਣ ਕੇ ਦੀਵਾਨ ਸਜਾ ਦਿੱਤਾ ਹੈ। ਗਾਏ ਰਬਾਬੀ ਰਾਗ ਮਹਾਨ, ਰਬਾਬੀ ਸਿੰਘ ਆਏ ਤੇ ਉਹਨਾਂ ਨੇ
ਮਹਾਨ ਰਾਗਾਂ ਵਿੱਚ ਕੀਰਤਨ ਆਰੰਭ ਕਰ ਦਿੱਤਾ ਹੈ। ਚਮਰ ਚਾਰ ਚਲ ਚਲ ਟੁਰੰਤਾ। ਤੇ ਇਸੇ ਤਰ੍ਹਾਂ ਚੰਚਲ ਚਾਲ ਦੇ ਵਿੱਚ ਇਹ ਮਹਾਨ ਜਿਹੜੇ ਗੁਰੂ ਕੇ ਗੁਰਸਿੱਖ ਪਿਆਰੇ ਆ, ਸਤਿਗੁਰੂ ਮਹਾਰਾਜ ਜੀ ਦੇ ਕੋਲ ਸੱਜੇ ਆ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਆਪਣੇ ਚੰਚਲ ਮਨ ਉੱਤੇ ਕਾਬੂ ਪਾਇਆ, ਬੜੇ ਪਿਆਰ ਦੇ ਨਾਲ ਕੀਰਤਨ ਨੂੰ ਸਰਵਣ ਕੀਤਾ ਹੈ। ਉਠ ਅਰਦਾਸ ਕਰਤ ਮਤਵੰਤਾ। ਫਿਰ ਇਸੇ ਤਰ੍ਹਾਂ ਇੱਕ ਸਿਆਣੇ ਪੁਰਸ਼ ਨੇ ਮਹਾਰਾਜ ਜੀ ਦੇ ਹਜ਼ੂਰ ਦੀਵਾਨ ਦੀ ਅਰਦਾਸ ਕੀਤੀ ਹੈ। ਸੂਰਜ ਮੁਖੀ ਧਰੇ ਕਰ ਖਰੋ। ਗੋਲ ਪੱਖਾ ਹੱਥ ਵਿੱਚ ਫੜ ਕੇ ਖਲੋਤੇ ਨੇ ਕੁਝ ਸਿੱਖ ਜਿਹੜੇ ਸਤਿਗੁਰੂ ਮਹਾਰਾਜ ਜੀ ਨੂੰ ਪੱਖਾ ਝੱਲਦੇ ਹਨ। ਕਹਿ ਕਰ ਦੰਡ ਹੇਮ ਕੋ ਖਰੋ। ਕੁਝ ਇਹੋ ਜਿਹੇ ਸਿੱਖ ਆ ਜਿਹੜੇ ਡੰਡੇ ਲੈ ਕੇ ਸਾਵਧਾਨ ਹੋ ਕੇ ਮਹਾਰਾਜ ਜੀ ਦੇ ਆਸ-ਪਾਸ ਖੜੇ ਹਨ। ਮੇਲਾ ਮਹਿਦਸ ਕੀਲਨ ਹੋਆ। ਸਾਰੀਆਂ ਸੰਗਤਾਂ ਆਪਸ ਵਿੱਚ ਮਿਲਦੀਆਂ ਨੇ ਤੇ ਗੁਰੂ ਮਹਾਰਾਜ ਜੀ ਦਾ ਜਸ ਗਾਉਂਦੀਆਂ ਹਨ। ਚੜ੍ਹਤ ਗੁਰੂ ਦਰਸ਼ਨ ਸਭ ਜੋਆ। ਸਾਰੇ ਆਉਂਦੇ ਆ ਤੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਕਰਦੇ ਹਨ। ਕੇਤਕ ਨਰ ਨਾਰੀ ਹਟਿਆਏ। ਕਿੰਨੇ ਮਨੁੱਖ ਤੇ ਬੀਬੀਆਂ ਸੰਗਤ ਵਿੱਚ ਦਰਸ਼ਨ ਕਰਨ ਵਾਸਤੇ ਆਏ ਹਨ। ਸਤਿਗੁਰ ਗੁਣ ਵਰਨਤ ਸਮੁਦਾਏ। ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਗੁਣ ਗਾਇਨ ਕੀਤੇ ਹਨ। ਕੇਤਕ ਨਿਸਾ ਬਸਪੇ ਮਤ ਧਾਰੇ। ਕਿੰਨਾ ਸਮਾਂ ਰਾਤ ਬਤੀਤ ਗਈ ਹੈ ਤੇ ਪਾਤਸ਼ਾਹ ਮਹਾਰਾਜ ਜੀ ਦੇ ਸੰਗਤ ਦਰਸ਼ਨ ਕਰਦੀ ਰਹੀ ਹੈ। ਗੁਰ ਹਿਤ ਹਮੇ ਪੁੰਨ ਹੋਏ ਭਾਰੇ। ਉਹਨਾਂ ਆਖਿਆ ਕਿ ਭਾਈ ਸੌਂਦੇ ਤੇ ਰੋਜ਼ ਆ, ਅੱਜ ਲੇਟ ਸੌਂ ਜਾਵਾਂਗੇ, ਸਤਿਗੁਰਾਂ ਦੇ ਦਰਸ਼ਨ ਹੋ ਰਹੇ ਆ, ਇਹਦਾ ਸਾਨੂੰ ਵੱਡਾ ਪੁੰਨ ਮਿਲੇਗਾ। ਸੰਧਿਆ ਭਈ ਦਰਸ ਕੋ ਦੇਤ। ਸੰਧਿਆ ਦਾ ਸਮਾਂ ਹੁੰਦਾ ਹੈ ਅਗਲਾ ਜਿਹੜਾ ਹੈ ਤੇ ਉਸ ਵੇਲੇ ਫੇਰ ਦਰਸ਼ਨ ਵਾਸਤੇ ਕਿਰਪਾ ਦ੍ਰਿਸ਼ਟ ਤੇ ਦੁਖ ਹਰ ਲੇਤ। ਜਿਹੜੇ ਵੀ ਮਾਈ ਭਾਈ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ, ਸਤਿਗੁਰਾਂ ਦੀ ਸਾਰਿਆਂ ਤੇ ਬੜੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਦੇ ਦੁੱਖਾਂ ਦਾ ਨਾਸ ਹੁੰਦਾ ਹੈ। ਕਿਸ ਕੈ ਸੰਗ ਭਣੀ ਮਿਰਦ ਬਾਣੇ। ਤਾਂ ਕੋਈ ਕਿਸੇ ਨਾਲ ਬੜੇ ਮਿੱਠੇ ਬਚਨਾਂ ਦੀ ਸਾਂਝ ਪਾਉਂਦਾ ਹੈ। ਕਹਿ ਸਨਮਾਨ ਕੀਨ ਸ਼ੁਭ ਜਾਣੇ। ਸਤਿਗੁਰੂ ਮਹਾਰਾਜ ਜੀ ਨੇ ਵੀ ਸਨਮਾਨ ਕੀਤਾ। ਵੱਡਿਆਂ ਦਾ ਹਮੇਸ਼ਾ ਹੀ ਗੁਰੂ ਦਾ ਘਰ ਸਤਿਕਾਰ ਕਰਨਾ ਸਿਖਾਉਂਦਾ ਹੈ। ਔਰ ਜਨ ਸਬਨ ਸੰਗ ਕਹੇ ਬੈਨ। ਉਸ ਪੁਰੀ ਉਸ ਪਿੰਡ ਨਗਰ ਦੇ ਵਿੱਚੋਂ ਜਿੰਨੇ ਵੀ ਲੋਕ ਆਏ ਵੀ ਸਾਰੇ ਸਤਿਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ, ਬੜੇ ਚੰਗੇ ਬਚਨ ਚੱਲਦੇ ਹਨ। ਦੀਨ ਦਲਾਸਾ ਰਹੇ ਸੁਰੈਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦਲਾਸਾ ਦਿੰਦੇ ਆ ਤੇ ਕੁਝ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਨੇ ਰਾਤ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਗੁਜ਼ਾਰੀ ਹੈ। ਖਾਣ ਪਾਣ ਕਰਕੇ ਸਮੁਦਾਏ। ਸਾਰਿਆਂ ਨੇ ਉਥੋਂ ਜਲ ਪਾਣੀ ਛਕਿਆ, ਭੋਜਨ ਪਾਣੀ ਛਕਣਾ ਕੀਤਾ ਹੈ। ਬਾਹਰ ਜਥਾ ਸੁਖ ਮਹਿ ਸੁਪਤਾਏ। ਫਿਰ ਇਸੇ ਤਰ੍ਹਾਂ ਸੁਖ ਪ੍ਰਾਪਤ ਕੀਤਾ ਤੇ ਸਤਿਗੁਰਾਂ ਦੇ ਹਜ਼ੂਰ ਹੀ ਆਰਾਮ ਕਰਨ ਲੱਗੇ ਹਨ। ਖਰੇ ਪਹਾੜੂ ਚੋਂ ਦਿਸ ਵਿਖੇ। ਕੁਝ ਸਿੱਖ ਜਿਹੜੇ ਪਹਿਰੇਦਾਰ ਉਹ ਖਬਰਦਾਰ ਨੇ, ਉਹ ਸੁੱਤੇ ਨਹੀਂ। ਜਿਹੜੇ ਤੰਬੂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਆ, ਉਹ ਚਾਰੇ ਪਾਸਿਆਂ ਤੇ ਪਹਿਰੇਦਾਰ ਸਿੱਖ ਨਜ਼ਰ ਰੱਖਦੇ ਹਨ। ਆਪਣ ਪਰਾਇਓ ਪਰਖਤ ਪਿਖੇ। ਉਹ ਪਹਿਰੇਦਾਰ ਬੜੇ ਖਬਰਦਾਰ ਹੁਸ਼ਿਆਰ ਨੇ, ਦੇਖਦੇ ਨੇ ਵੀ ਆਪਣਾ ਕੌਣ
ਬੇਗਾਨਾ ਕੌਣ ਪੂਰੀ ਨਜ਼ਰ ਰੱਖਦੇ ਹਨ। ਸਾਵਧਾਨ ਭਟ ਬਣੇ ਮਹਾਨ। ਇਹ ਭਾਈ ਸਾਵਧਾਨ ਤੇ ਮਹਾਨ ਨੇ ਗੁਰੂ ਘਰ ਦੇ ਸੇਵਕ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਜਸ ਕੀਤਾ ਹੈ। ਸੁਪਾਤੇ ਸਿਮਰਤ ਗੁਰ ਭਗਵਾਨ। ਸਾਰਿਆਂ ਨੇ ਗੁਰੂ ਭਗਵਾਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਖਿਆ, ਹੇ ਮੇਰੀ ਪੀਰੀ ਦੇ ਮਾਲਕ, ਤੁਸੀਂ ਧੰਨ ਜੇ, ਤੁਹਾਡੀ ਵਡਿਆਈ ਮਹਾਨ ਹੈ। ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਪੁੱਜਦੇ ਆ। ਉੱਥੇ ਜਾ ਕੇ ਮਹਾਰਾਜ ਜੀ ਕੀ ਕੌਤਕ ਕਰਦੇ ਆ, ਕੱਲ ਸ਼ਾਮ ਦੇ ਦੀਵਾਨ ਅੰਦਰ ਆਪਾਂ ਬਾਕੀ ਪ੍ਰਸੰਗ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਸਮੂਹ ਸੰਗਤ ਮਾਈ ਭਾਈ ਦਾ ਬਹੁਤ ਧੰਨਵਾਦ।